ਪਿਛਲੇ 2 ਲੈਕਚਰਾਂ ਵਿੱਚ ਅਸੀਂ ਤੁਹਾਨੂੰ ਬਲੈਕ ਬੋਡੀ ਦੀਆਂ ਕੁਝ ਬੁਨਿਆਦੀ ਪਰਿਭਾਸ਼ਾਵਾਂ ਦਿੱਤੀਆਂ ਹਨ। ਅਤੇ ਇਸ ਨੂੰ ਇੱਕ ਸਫੈਰਿਕਲ ਕੈਵਿਟੀ ਦੁਆਰਾ ਦਰਸਾਇਆ ਗਿਆ ਹੈ ਅਤੇ ਜੇਕਰ ਮੈਂ ਤਾਪਮਾਨ T ਤੇ ਰੇਡੀਏਸ਼ਨ ਦਾ ਅਧਿਐਨ ਕਰਨਾ ਚਾਹੁੰਦਾ ਹਾਂ ਤਾਂ ਮੈਂ ਕਹਾਂਗਾ ਕਿ ਤਾਪਮਾਨ T ਤੇ ਸਫੈਰਿਕਲ ਕੈਵਿਟੀ ਹੈ। ਮੈਂ ਹੁਣ ਜਿਸ ਨੂੰ ਪਰਿਭਾਸ਼ਿਤ ਕਰਨਾ ਚਾਹੁੰਦਾ ਹਾਂ ਉਸ ਨੂੰ ਸਪੈਕਟਰਲ ਡੈਂਸਿਟੀ ਕਿਹਾ ਜਾਂਦਾ ਹੈ। ਤੁਸੀਂ ਪਹਿਲਾਂ ਹੀ ਦੇਖਿਆ ਹੈ ਕਿ ਇੱਕ ਕੈਵਿਟੀ ਦੇ ਵਿੱਚ ਜਾਂ ਇੱਕ ਬਲੈਕ ਬੋਡੀ ਵਿੱਚ ਅਸੀਂ U ਨਾਮਕ ਕਿਸੇ ਚੀਜ਼ ਨੂੰ ਪਰਿਭਾਸ਼ਿਤ ਕਰਦੇ ਹਾਂ, ਠੀਕ ਹੈ, ਜਿੱਥੇ U ਐਨਰਜੀ ਡੈਂਸਿਟੀ ਸੀ। ਅਤੇ ਪਿਛਲੇ ਲੈਕਚਰ ਦੇ ਵਿੱਚ ਜੋ ਨਤੀਜਾ ਸਾਨੂੰ ਮਿਲਿਆ ਸੀ ਉਹ ਹੈ ਕਿ ਇੱਕ ਬਲੈਕ ਬੋਡੀ ਤੋਂ ਆ ਰਹੀ ਇੰਟੈਂਸਿਟੀ UC/4 ਹੈ। ਇਹ ਬਾਹਰ ਆ ਰਹੀ ਇੰਟੈਂਸਿਟੀ ਹੈ। ਆਮ ਤੌਰ ਤੇ ਜੇਕਰ ਤੁਹਾਨੂੰ ਆਪਣੀ ਇਲੈਕਟ੍ਰੋਮੈਗਨੈਟਿਕ ਥਿਊਰੀ ਇੰਟੈਂਸਿਟੀ UC ਯਾਦ ਹੈ ਅਤੇ ਇਹ ਇੱਕ ਪਲੇਨ ਵੇਵ ਲਈ ਦਿੱਤੀ ਗਈ ਹੈ, ਇਸ ਕੇਸ ਵਿੱਚ ਬਾਹਰ ਆ ਰਹੀ ਇੰਟੈਂਸਿਟੀ UC/4 ਹੋ ਜਾਂਦੀ ਹੈ ਕਿਉਂਕਿ ਰੇਡੀਏਸ਼ਨ ਆਈਸੋਟ੍ਰੋਪਿਕ ਹੈ। ਇਹ ਸਾਰੀਆਂ ਦਿਸ਼ਾਵਾਂ ਤੋਂ ਆ ਰਹੀ ਹੈ ਜਿਸ ਤਰ੍ਹਾਂ ਤੁਸੀਂ ਪਿਛਲੇ ਲੈਕਚਰ ਦੇ ਵਿੱਚ ਡੈਰੀਵੇਸ਼ਨ ਵਿੱਚ ਦੇਖਿਆ ਹੈ। ਹੁਣ ਸਪੈਕਟਰਲ ਡੈਂਸਿਟੀ ਇਹ ਕਰਦੀ ਹੈ ਕਿ ਜੋ ਰੇਡੀਏਸ਼ਨ ਬਾਹਰ ਆ ਰਹੀ ਹੈ, ਮੈਂ ਇਸ ਨੂੰ ਹੌਲੀ-ਹੌਲੀ ਲਿਖਦਾ ਹਾਂ, ਉਸ ਦੀਆਂ ਸਾਰੀਆਂ ਵੇਵਲੈਂਥਸ ਹੁੰਦੀਆਂ ਹਨ। ਇਸ ਲਈ ਇਸ ਦੇ ਵਿੱਚ ਲਾਲ ਰੰਗ, ਪੀਲਾ ਰੰਗ, ਨੀਲਾ ਰੰਗ, ਅਲਟਰਾਵਾਇਲਟ, ਇਨਫਰਾਰੈੱਡ ਸਾਰਾ ਕੁਝ ਹੋਵੇਗਾ, ਠੀਕ ਹੈ। ਅਤੇ ਰੇਡੀਏਸ਼ਨ ਜਿਸ ਨੂੰ ਅਸੀਂ ਰੇਡੀਏਸ਼ਨ ਡੈਂਸਿਟੀ ਲਿਖ ਸਕਦੇ ਹਾਂ ਜਾਂ ਇੰਟੈਂਸਿਟੀ ਪੂਰੇ ਸਪੈਕਟਰਮ ਦੇ ਵਿੱਚ ਵਿਭਾਜਿਤ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਜੇਕਰ ਮੇਰੇ ਕੋਲ ਇੰਟੈਂਸਿਟੀ I ਹੈ, ਠੀਕ ਹੈ, ਤਾਂ ਇਹ ਸਮ ਡੈਲਟਾ I ਦਾ ਹਰੇਕ ਲੈਂਬਡਾ ਦੇ ਲਈ ਸਮੇਸ਼ਨ ਹੋਵੇਗੀ। ਮੈਂ ਤੁਹਾਨੂੰ ਸਮਝਾਉਂਦਾ ਹਾਂ। ਇਸ ਲਈ ਜੇਕਰ ਮੈਂ ਲੈਂਬਡਾ ਵਰਸਸ ਇੰਟੈਂਸਿਟੀ ਕਰਵ ਦੇਖਦਾ ਹਾਂ ਤਾਂ ਇੱਥੇ ਕੁਝ ਇੰਟੈਂਸਿਟੀ ਡੈਲਟਾ I ਨੀਅਰ ਮੰਨ ਲਵੋ ਲੈਂਬਡਾ 1, ਕੁਝ ਹੋਰ ਇੰਟੈਂਸਿਟੀ I ਨੀਅਰ ਲੈਂਬਡਾ 2 ਹੋਵੇਗੀ ਅਤੇ ਇਸੇ ਤਰ੍ਹਾਂ ਅੱਗੇ ਹੋਵੇਗਾ। ਇਸ ਲਈ ਹਰੇਕ ਇੰਟਰਵਲ ਵਿੱਚ ਕੁਝ ਇੰਟੈਂਸਿਟੀ ਹੁੰਦੀ ਹੈ ਜੋ ਕਿ ਵੱਖ-ਵੱਖ ਲੈਂਬਡਾ ਦੇ ਲਈ ਵੱਖ-ਵੱਖ ਹੋ ਸਕਦੀ ਹੈ। ਇਸ ਲਈ ਮੈਂ ਇਹ ਲਿਖਦਾ ਹਾਂ ਜਿੱਥੇ ਡੈਲਟਾ I ਲੈਂਬਡਾ ਵੇਵਲੈਂਥ ਲੈਂਬਡਾ ਦੇ ਨੇੜੇ ਇੰਟੈਂਸਿਟੀ ਪੋਰਸ਼ਨ ਹੈ, ਜਿਸ ਤਰ੍ਹਾਂ ਤਸਵੀਰ ਦੇ ਵਿੱਚ ਦਿਖਾਇਆ ਗਿਆ ਹੈ, ਠੀਕ ਹੈ। ਅਤੇ ਇਹ ਕਿਸ ਤਰ੍ਹਾਂ ਦਿਖਾਈ ਦਿੰਦਾ ਹੈ? ਇਹ ਇਸ ਤਰ੍ਹਾਂ ਦਿਖਦਾ ਹੈ। ਹੁਣ ਮੈਂ ਤੁਹਾਨੂੰ ਇੰਟਰਨੈਟ ਤੋਂ ਡਾਊਨਲੋਡ ਕੀਤੀ ਇੱਕ ਤਸਵੀਰ ਤੋਂ ਇਹ ਦਿਖਾਵਾਂਗਾ। ਤਾਂ ਇਹ ਰੇਡੀਏਸ਼ਨ ਦੀ ਇੰਟੈਂਸਿਟੀ ਦੀ ਤਸਵੀਰ ਹੈ, ਠੀਕ ਹੈ। ਤਾਂ ਆਓ ਮੈਂ ਤੁਹਾਨੂੰ ਦਿਖਾਉਂਦਾ ਹਾਂ ਇਹ ਤਸਵੀਰ ਜੋ ਤੁਸੀਂ ਦੇਖ ਸਕਦੇ ਹੋ ਅਤੇ ਮੈਂ ਤੁਹਾਡੇ ਲਈ ਇਸ ਨੂੰ ਡਿਜ਼ਾਈਨ ਕਰਾਂਗਾ ਜਿਸ ਵਿੱਚ ਰੇਡੀਏਸ਼ਨ ਦੀ ਇੰਟੈਂਸਿਟੀ ਜਾਂ ਜਿਸ ਨੂੰ ਅਸੀਂ ਰੇਡੀਏਸ਼ਨ ਦੀ ਸਪੈਕਟਰਲ ਡੈਂਸਿਟੀ ਕਹਾਂਗੇ, ਜਿਸ ਨੂੰ ਪਲੋਟ ਕੀਤਾ ਜਾਂਦਾ ਹੈ ਅਤੇ ਇਸ ਨੂੰ ਵੱਖ-ਵੱਖ ਤਾਪਮਾਨਾਂ ਤੇ ਪਲੋਟ ਕੀਤਾ ਜਾਂਦਾ ਹੈ। ਤਾਂ ਉਦਾਹਰਣ ਲਈ ਇੱਕ ਕਰਵ ਇਸ ਤਰ੍ਹਾਂ ਦਿਖਦੀ ਹੈ, ਦੂਜੀ ਕਰਵ ਇਸ ਤਰ੍ਹਾਂ ਦਿਖਦੀ ਹੈ ਅਤੇ ਇਹ ਤੀਜੀ ਕਰਵ ਇਸ ਤਰ੍ਹਾਂ ਦਿਖਦੀ ਹੈ ਅਤੇ ਚੌਥੀ ਕਰਵ ਠੀਕ ਇਸ ਤਰ੍ਹਾਂ ਦਿਖਦੀ ਹੈ ਕਿਉਂਕਿ ਹਾਇਰ ਕਰਵ ਉੱਪਰ ਵਾਲੀ ਕਰਵ ਹੈ ਜੋ ਕਿ 7000 K ਤੇ ਹੈ। ਮਿਡਲ ਕਰਵ ਰੈੱਡ ਵਾਲੀ ਲਗਭਗ 6000 K ਤੇ ਹੈ। ਨੀਲੇ ਰੰਗ ਵਾਲੀ 5333 K ਤੇ ਹੈ ਅਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਤਾਪਮਾਨ ਘਟਦਾ ਹੈ ਕਰਵ ਨੀਵੀਂ
ਹੁੰਦੀ ਹੈ ਅਤੇ ਪੀਕ ਥੱਲੇ ਹੁੰਦੀ ਜਾਂਦੀ ਹੈ। ਸਾਡਾ ਇੱਥੇ ਇਹ ਮਤਲਬ ਹੈ ਕਿ ਜੇਕਰ ਮੈਂ ਸਪੈਕਟਰਲ ਡੈਂਸਿਟੀ ਲਈ ਲੈਂਦਾ ਹਾਂ, ਜੇਕਰ ਮੈਂ ਇੱਕ ਪਾਰਟਿਕਿਊਲਰ ਲੈਂਬਡਾ ਲੈਂਦਾ ਹਾਂ ਅਤੇ ਇਸ ਲੈਂਬਡਾ ਤੇ ਇਸ ਕਰਵ ਦੇ ਹੇਠਾਂ ਖੇਤਰਫਲ ਦੀ ਗਣਨਾ ਕਰਦਾ ਹਾਂ ਜਾਂ ਇੱਥੇ ਕਿਸੇ ਵੀ ਹੋਰ ਲੈਂਬਡਾ ਤੇ ਖੇਤਰਫਲ ਦੀ ਗਣਨਾ ਕਰਦਾ ਹਾਂ, ਇਹ ਮੈਨੂੰ ਇਸ ਡੀ ਲੈਂਬਡਾ ਵਿੱਚ ਐਨਰਜੀ ਕੰਟੈਂਟ ਦੇਵੇਗਾ। ਤਾਂ ਹੁਣ ਮੈਂ ਤੁਹਾਡੇ ਲਈ ਸਪੈਕਟਰਲ ਡੈਂਸਿਟੀ ਨੂੰ ਪਰਿਭਾਸ਼ਿਤ ਕਰ ਸਕਦਾ ਹਾਂ। ਸਪੈਕਟਰਲ ਇੰਟੈਂਸਿਟੀ ਹੈ ਜੋ ਕਿ I ਲੈਂਬਡਾ ਹੈ। ਇਸ ਤਰ੍ਹਾਂ ਹੈ ਕਿ I ਲੈਂਬਡਾ ਡੈਲਟਾ ਲੈਂਬਡਾ, ਲੈਂਬਡਾ ਤੋਂ ਲੈਂਬਡਾ ਪਲੱਸ ਡੈਲਟਾ ਲੈਂਬਡਾ ਤੱਕ ਕੰਟਰੀਬਿਊਸ਼ਨ ਹੈ। ਤਾਂ ਜੇਕਰ ਮੈਂ ਇਸ ਪੂਰੀ ਕਰਵ ਤੇ ਇੰਟੀਗ੍ਰੇਟ ਕਰਦਾ ਹਾਂ ਤਾਂ ਇਸ ਨਾਲ ਮੈਨੂੰ ਕੁੱਲ ਇੰਟੈਂਸਿਟੀ ਮਿਲਦੀ ਹੈ। ਇਸੇ ਤਰੀਕੇ ਨਾਲ ਮੈਂ ਊਰਜਾ ਦੀ ਸਪੈਕਟਰਲ ਡੈਂਸਿਟੀ ਨੂੰ ਪਰਿਭਾਸ਼ਿਤ ਕਰ ਸਕਦਾ ਹਾਂ, ਜੋ ਕਿ U ਲੈਂਬਡਾ ਹੈ। ਇਸ ਤਰ੍ਹਾਂ U ਲੈਂਬਡਾ ਡੈਲਟਾ ਲੈਂਬਡਾ ਵੇਵ ਦੇ ਵਿੱਚ ਐਨਰਜੀ ਡੈਂਸਿਟੀ ਹੈ। ਜਦੋਂ ਲੈਂਬਡਾ ਅਤੇ ਲੈਂਬਡਾ ਪਲੱਸ ਡੈਲਟਾ ਲੈਂਬਡਾ ਸਮਾਨ ਰੂਪ ਨਾਲ ਨੋਟਿਸ ਕਰੋ, ਮੈਂ U ਨਿਊ ਡੈਲਟਾ ਨਿਊ ਨੂੰ ਵੀ ਪਰਿਭਾਸ਼ਿਤ ਕਰ ਸਕਦਾ ਹਾਂ, ਜੋ ਕਿ ਫ੍ਰੀਕੁਏਂਸੀ ਨਿਊ ਅਤੇ ਨਿਊ ਪਲੱਸ ਡੈਲਟਾ ਨਿਊ ਦੇ ਵਿੱਚ ਐਨਰਜੀ ਡੈਂਸਿਟੀ ਹੋਵੇਗੀ। ਇੱਕ ਬਹੁਤ ਹੀ ਕਾਮਨ ਮਿਸਟੇਕ ਮੈਂ ਇਸ ਬਾਰੇ ਦੱਸਦਾ ਹਾਂ। U ਲੈਂਬਡਾ ਅਤੇ U ਨਿਊ ਨਾਲ ਸੰਬੰਧਿਤ ਕਾਮਨ ਮਿਸਟੇਕ ਹੇਠ ਲਿਖੇ ਅਨੁਸਾਰ ਹੈ। ਇੱਕ ਕਾਮਨ ਮਿਸਟੇਕ ਇਹ ਹੈ ਕਿਉਂਕਿ ਨਿਊ ਇਕੁਅਲਸ C ਓਵਰ ਲੈਂਬਡਾ। ਇੱਕ ਗੱਲ ਇਹ ਹੈ ਕਿ U ਨਿਊ ਨੂੰ U ਲੈਂਬਡਾ ਟਾਈਮਸ C ਦੇ ਬਰਾਬਰ ਹੋਣਾ ਚਾਹੀਦਾ ਹੈ, ਜੋ ਅਸਲ ਵਿੱਚ ਸਹੀ ਨਹੀਂ ਹੈ। ਤੁਹਾਨੂੰ ਜੋ ਦੇਖਣਾ ਚਾਹੀਦਾ ਹੈ ਉਹ ਸਹੀ ਤਰੀਕਾ ਹੈ U ਲੈਂਬਡਾ ਡੈਲਟਾ ਲੈਂਬਡਾ U ਨਿਊ ਡੈਲਟਾ ਨਿਊ ਦੇ ਬਰਾਬਰ ਹੋਣਾ ਚਾਹੀਦਾ ਹੈ, ਜਿੱਥੇ ਡੈਲਟਾ ਨਿਊ ਡੈਲਟਾ ਲੈਂਬਡਾ ਦੇ ਅਨੁਸਾਰੀ ਹੈ, ਕਿਉਂਕਿ ਲੈਂਬਡਾ ਇਕੁਅਲ C ਓਵਰ ਨਿਊ ਡੈਲਟਾ ਲੈਂਬਡਾ ਜੋ C ਓਵਰ ਨਿਊ ਸਕੁਏਅਰ ਡੈਲਟਾ ਨਿਊ ਦੇ ਬਰਾਬਰ ਹੈ ਅਤੇ ਇਸ ਲਈ ਸਾਡੇ ਕੋਲ ਹੈ U ਲੈਂਬਡਾ ਟਾਈਮਸ C ਓਵਰ ਨਿਊ ਸਕੁਏਅਰ ਡੈਲਟਾ ਨਿਊ is equal to U ਨਿਊ ਡੈਲਟਾ ਨਿਊ, ਕਿਉਂਕਿ ਐਨਰਜੀ ਕੰਟੈਂਟ ਸਮਾਨ ਹੈ ਅਤੇ ਹੁਣ ਮੈਂ ਡੈਲਟਾ ਨਿਊ ਨੂੰ ਕੈਂਸਲ ਕਰ ਸਕਦਾ ਹਾਂ ਅਤੇ ਮੈਨੂੰ ਮਿਲਦਾ ਹੈ U ਲੈਂਬਡਾ is equal to ਨਿਊ ਸਕੁਏਅਰ U ਨਿਊ ਓਵਰ C। ਕਿਉਂਕਿ ਇਹ ਸਾਰੇ ਮੈਗਨੀਟਿਊਡ ਹਨ, ਮੈਂ ਮਾਈਨਸ ਸਾਈਨ ਦੀ ਚਿੰਤਾ ਨਹੀਂ ਕਰਾਂਗਾ, ਤਾਂ ਇਸ ਲਈ ਇਸ ਬਾਰੇ ਸਾਵਧਾਨ ਹੋਵੋ। ਇਹ ਬਹੁਤ ਆਮ ਗਲਤੀ ਹੈ ਜੋ ਲੋਕ ਕਰਦੇ ਹਨ। ਇਸ ਲਈ ਮੈਂ ਤੁਹਾਡੇ ਲਈ ਇੱਕ ਸਪੈਕਟਰਲ ਡੈਂਸਿਟੀ ਨੂੰ ਪਰਿਭਾਸ਼ਿਤ ਕਰਾਂਗਾ ਅਤੇ ਥਿਓਰੇਟਿਕਲ ਐਨਾਲਿਸਿਸ ਵਿੱਚ ਮੈਨੂੰ ਇੱਕ ਹੋਰ ਚੀਜ਼ ਚਾਹੀਦੀ ਹੋਵੇਗੀ ਅਤੇ ਮੈਂ ਇਹ ਕਰਾਂਗਾ ਅਤੇ ਫਿਰ ਇਹ ਲੈਕਚਰ ਖਤਮ ਹੋ ਜਾਂਦਾ ਹੈ। ਅਗਲੀ ਕੁਆਂਟਿਟੀ ਜਿਸਦੀ ਸਾਨੂੰ ਆਪਣੇ ਵਿਸ਼ਲੇਸ਼ਣ ਵਿੱਚ ਲੋੜ ਪਵੇਗੀ ਉਹ ਇੱਕ ਕੈਵਿਟੀ ਦੇ ਅੰਦਰ ਰੇਡੀਏਸ਼ਨ ਦੇ ਕਾਰਨ ਪ੍ਰੈਸ਼ਰ ਹੈ, ਅਤੇ ਅਸੀਂ ਇੱਥੇ ਹਰ ਜਗ੍ਹਾ ਤੋਂ ਇਸ ਛੋਟੇ ਖੇਤਰ ਤੇ ਪੈ ਰਹੀ ਰੇਡੀਏਸ਼ਨ ਦੇ ਕਾਰਨ ਪ੍ਰੈਸ਼ਰ ਦੀ ਕੈਲਕੂਲੇਸ਼ਨ ਕਰਾਂਗੇ ਅਤੇ ਇਹ ਪ੍ਰੈਸ਼ਰ ਫਾਰਮੂਲਾ ਹੋਵੇਗਾ। ਹੁਣ ਪ੍ਰੈਸ਼ਰ ਲਈ ਜਿਸ ਚੀਜ਼ ਦੀ ਮੈਨੂੰ ਗਣਨਾ ਕਰਨ ਦੀ ਲੋੜ ਹੈ ਉਹ ਫੋਰਸ ਹੈ ਪ੍ਰਤੀ ਯੂਨਿਟ ਏਰੀਆ, ਜੋ ਕਿ ਹੋਰ ਕੁਝ ਨਹੀਂ ਬਲਕਿ ਮੋਮੈਂਟਮ ਟ੍ਰਾਂਸਫਰ ਪ੍ਰਤੀ ਯੂਨਿਟ ਟਾਈਮ ਪ੍ਰਤੀ ਯੂਨਿਟ ਏਰੀਆ ਹੈ। ਤਾਂ ਹੁਣ ਮੈਨੂੰ ਜਿਸ ਦੀ ਲੋੜ ਹੈ ਉਹ ਹੈ
ਮੋਮੈਂਟਮ ਜੋ ਇਸ ਏਰੀਆ ਤੇ ਆ ਰਹੀ ਹੈ। ਹੁਣ ਪਲੇਨ ਵੇਵਜ਼ ਦੇ ਲਈ ਜੇਕਰ ਤੁਹਾਨੂੰ ਇਲੈਕਟ੍ਰੋਮੈਗਨੈਟਿਕ ਥਿਊਰੀ ਮੋਮੈਂਟਮ P ਯਾਦ ਹੈ ਜੋ ਕਿ ਮੋਮੈਂਟਮ ਕੰਟੈਂਟ ਪ੍ਰਤੀ ਯੂਨਿਟ ਵੋਲਿਊਮ U/C ਦੇ ਸਮਾਨ ਹੀ ਹੈ। ਆਓ ਇਹ ਦੇਖਦੇ ਹਾਂ, ਇਸ ਲਈ ਇਹ ਕੁਝ ਨਹੀਂ ਬਲਕਿ ਮੋਮੈਂਟਮ ਡੈਂਸਿਟੀ ਹੈ ਜੋ ਕਿ ਮੋਮੈਂਟਮ ਪ੍ਰਤੀ ਯੂਨਿਟ ਵੋਲਿਊਮ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਡਾਇਮੈਂਸ਼ਨਲੀ ਸਹੀ ਹੈ ਕਿਉਂਕਿ U ਦਾ ਡਾਇਮੈਂਸ਼ਨ 1/2 mv ਸਕੁਏਅਰ ਡਿਵਾਈਡਡ ਬਾਈ v ਹੈ ਜੋ ਕਿ mv ਦੇ ਸਮਾਨ ਹੈ, ਇਸ ਲਈ ਇਹ ਡਾਇਮੈਂਸ਼ਨਲੀ ਸਹੀ ਹੈ। ਇਹ m ਪ੍ਰਤੀ ਯੂਨਿਟ ਵੋਲਿਊਮ ਹੈ, ਇਸ ਲਈ ਇਹ ਮੋਮੈਂਟਮ ਪ੍ਰਤੀ ਯੂਨਿਟ ਵੋਲਿਊਮ ਹੈ। ਹੁਣ ਇਹ ਹੋ ਰਿਹਾ ਹੈ ਕਿ ਇਸ ਕੈਵਿਟੀ ਵਿੱਚ ਏਰੀਆ A ਤੇ ਹਰ ਪਾਸਿਓਂ ਰੇਡੀਏਸ਼ਨ ਆ ਰਹੀ ਹੈ, ਇਸ ਲਈ ਇਹ ਕੁਝ ਮੋਮੈਂਟਮ ਲੈ ਕੇ ਆ ਰਹੀ ਹੈ ਅਤੇ ਇਹ ਮੋਮੈਂਟਮ ਫੋਰਸ ਲਾਗੂ ਕਰਦਾ ਹੈ। ਇਸ ਲਈ ਮੋਮੈਂਟਮ ਪ੍ਰਤੀ ਯੂਨਿਟ ਟਾਈਮ ਜੋ ਵੀ ਮੋਮੈਂਟਮ ਟ੍ਰਾਂਸਫਰ ਇੱਥੇ ਹੁੰਦਾ ਹੈ, ਮੋਮੈਂਟਮ ਦਾ ਕੇਵਲ ਇੱਕੋ ਕੰਪੋਨੈਂਟ ਜੋ ਮਾਇਨੇ ਰੱਖਦਾ ਹੈ ਉਹ ਹੈ ਇਸ ਏਰੀਆ ਦਾ ਪਰਪੈਂਡੀਕਿਊਲਰ ਜੋ ਕਿ ਐਂਗਲ ਥੀਟਾ ਤੇ ਹੈ। ਤਾਂ ਮੈਨੂੰ ਇਹ ਕੈਲਕੁਲੇਟ ਕਰਨ ਦੀ ਲੋੜ ਹੈ ਕਿ ਕਿੰਨਾ ਮੋਮੈਂਟਮ ਅੰਦਰ ਆ ਰਿਹਾ ਹੈ। ਉਸ ਦਾ ਕੰਪੋਨੈਂਟ ਲਵੋ, ਇਸ ਲਈ ਮੰਨ ਲਵੋ ਕਿ ਇਹ P ਹੈ। ਇਹ P ਕੋਸਾਈਨ ਥੀਟਾ ਹੋਣਾ ਚਾਹੀਦਾ ਹੈ ਅਤੇ ਹਰ ਸਾਈਡ ਦੇ ਲਈ ਇਹ ਮੋਮੈਂਟਮ ਇੱਥੇ ਆਉਂਦਾ ਹੈ, ਮੋਮੈਂਟਮ ਰਿਫਲੈਕਸ਼ਨ ਕਾਰਨ ਬਾਹਰ ਜਾਂਦਾ ਹੈ ਜਾਂ ਇਹ ਪਾਰਟ ਵੀ ਰੇਡੀਏਟ ਕਰ ਰਿਹਾ ਹੈ, ਇਸ ਲਈ ਮੋਮੈਂਟਮ ਕਨਵਰਸੇਸ਼ਨ ਦੁਆਰਾ ਇੱਥੇ ਬੈਕ ਹੈ। ਇੱਕ ਬੈਕ ਫੋਰਸ ਹੈ, ਇਸ ਲਈ ਨੈਟ ਮੋਮੈਂਟਮ ਹੋਣ ਵਾਲੀ ਹੈ। ਮੈਂ ਇਸ ਨੂੰ ਕੈਲਕੁਲੇਟ ਕਰਾਂਗਾ ਅਤੇ 2 ਨਾਲ ਮਲਟੀਪਲਾਈ ਕਰਾਂਗਾ। ਠੀਕ ਹੈ, ਤਾਂ ਮੈਂ ਮੋਮੈਂਟਮ ਨੂੰ ਕੈਲਕੁਲੇਟ ਕਰ ਸਕਦਾ ਹਾਂ ਜੋ ਕਿ ਸਾਰੇ ਪਾਸਿਓਂ ਆ ਰਹੀ ਹੈ, ਇਸ ਲਈ ਜੇਕਰ ਇਸ ਸਾਈਡ ਤੋਂ ਮੋਮੈਂਟਮ ਆ ਰਹੀ ਹੈ ਤਾਂ ਮੋਮੈਂਟਮ ਬਾਹਰ ਜਾ ਰਹੀ ਹੋਵੇਗੀ, ਇਸ ਲਈ ਮੈਂ ਕੁੱਲ ਮੋਮੈਂਟਮ ਨੂੰ ਕੈਲਕੁਲੇਟ ਕਰਾਂਗਾ ਜੋ ਕਿ ਅੰਦਰ ਆ ਰਹੀ ਹੈ। ਇਸ ਨੂੰ 2 ਨਾਲ ਮਲਟੀਪਲਾਈ ਕੀਤਾ ਜਾਂਦਾ ਹੈ ਅਤੇ ਇਹ ਮੈਨੂੰ ਫੋਰਸ ਲਈ ਉੱਤਰ ਦੇਵੇਗਾ। ਇਸ ਲਈ ਦੁਬਾਰਾ ਅਸੀਂ ਕੈਲਕੁਲੇਸ਼ਨ ਕਰਾਂਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਕੀਤਾ ਸੀ। ਮੈਂ ਇਸ ਕੈਵਿਟੀ ਨੂੰ ਕੰਸੀਡਰ ਕਰਾਂਗਾ ਅਤੇ ਇਸ ਏਰੀਆ ਵਿੱਚ ਇਸ ਸਾਈਡ ਤੋਂ ਵੋਲਿਊਮ ਨੂੰ ਕੰਸੀਡਰ ਕਰਾਂਗਾ ਜਿੱਥੋਂ ਮੋਮੈਂਟਮ ਅੰਦਰ ਆ ਰਹੀ ਹੈ। ਤਾਂ ਜੇਕਰ ਮੈਂ ਦੁਬਾਰਾ ਓਮੇਗਾ ਵਿੱਚ A ਲੈਂਥ ਡੈਲਟਾ R ਲੈਂਦਾ ਹਾਂ ਤਾਂ ਆ ਰਹੀ ਮੋਮੈਂਟਮ ਹੋਵੇਗੀ A ਕੋਸਾਈਨ ਥੀਟਾ ਓਵਰ 4 ਪਾਈ R ਸਕੁਏਅਰ ਹੈ ਜੋ ਕਿ ਇਸ ਪਾਸੇ ਆ ਰਹੀ ਰੇਡੀਏਸ਼ਨ ਦੀ ਪ੍ਰੋਬੇਬਿਲਿਟੀ ਹੈ। ਤਾਂ ਮੋਮੈਂਟਮ ਦੀ ਨੈਟ ਅਮਾਉਂਟ U/C ਹੋਵੇਗੀ ਜੋ ਕਿ ਇਸ ਏਰੀਆ ਦੇ ਵਿੱਚ ਮੋਮੈਂਟਮ ਕੰਟੈਂਟ ਹੈ। ਇਸ ਵੋਲਿਊਮ ਦੇ ਵਿੱਚ ਬਲੂ ਵੋਲਿਊਮ ਜੋ ਮੈਂ ਦਿਖਾ ਰਿਹਾ ਹਾਂ ਅਤੇ ਉਹ ਵੋਲਿਊਮ ਓਮੇਗਾ R ਸਕੁਏਅਰ ਡੈਲਟਾ R ਹੈ ਅਤੇ ਪ੍ਰੈਸ਼ਰ ਕੈਲਕੂਲੇਸ਼ਨ ਦੇ ਲਈ ਮੈਂ ਇਸ ਨੂੰ ਅੱਗੇ ਕੋਸਾਈਨ ਥੀਟਾ ਦੇ ਨਾਲ ਮਲਟੀਪਲਾਈ ਕਰਾਂਗਾ। ਅਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈ 2 ਦਾ ਫੈਕਟਰ, ਕਿਉਂਕਿ ਜਾਂ ਤਾਂ ਰਿਫਲੈਕਸ਼ਨ ਜਾਂ ਇਸ ਏਰੀਆ ਤੋਂ ਰੇਡੀਏਸ਼ਨ ਇਮਿਸ਼ਨ ਵਿੱਚ, ਤਾਂ ਇਹ ਨੈਟ ਮੋਮੈਂਟਮ ਹੋਵੇਗਾ। ਹੁਣ ਦੁਬਾਰਾ ਜਿਸ ਤਰ੍ਹਾਂ ਪਹਿਲਾਂ ਸਾਡੇ ਕੋਲ ਹੈ ਡੈਲਟਾ R ਕੁੱਲ ਲੈਂਥ ਟਾਈਮ ਡੈਲਟਾ T ਦੇ ਲਈ ਜੋ ਕਿ ਹੋਵੇਗਾ C ਡੈਲਟਾ T, ਤਾਂ ਮੈਂ ਲਿਖ ਸਕਦਾ ਹਾਂ ਥੀਟਾ ਕੋਸਾਈਨ ਥੀਟਾ 0 ਤੋਂ 1 ਤੱਕ ਬਦਲੇਗਾ, ਫਾਈ 0 ਤੋਂ 2 ਪਾਈ ਤੱਕ ਬਦਲੇਗਾ। ਤਾਂ ਟਾਈਮ ਡੈਲਟਾ T ਦੇ ਵਿੱਚ ਨੋਰਮਲ ਟੂ A ਮੋਮੈਂਟਮ ਟ੍ਰਾਂਸਫਰ 2A ਓਵਰ 4 ਪਾਈ ਦੇ ਬਰਾਬਰ ਹੋਵੇਗਾ। ਇਹ R ਸਕੁਏਅਰ ਇੱਥੇ ਕੈਂਸਲ ਹੁੰਦਾ ਹੈ। ਡੈਲਟਾ R C ਡੈਲਟਾ T ਹੈ, ਇਸ ਲਈ ਮੈਂ ਉਸ ਦਾ ਧਿਆਨ ਰੱਖਿਆ ਹੈ। ਫਿਰ ਮੇਰੇ ਕੋਲ ਹੈ U/C, ਫਿਰ ਮੈਂ ਇੰਟੀਗਰਲ ਨੂੰ ਡਿਫਾਈਨ ਕੀਤਾ ਹੈ ਜੋ ਕਿ 2 ਪਾਈ ਹੈ ਅਤੇ ਫਿਰ ਮੇਰੇ ਕੋਲ ਹੈ ਕੋਸਾਈਨ ਸਕੁਏਅਰ ਥੀਟਾ D ਕੋਸਾਈਨ ਥੀਟਾ 0 ਤੋਂ 1 ਹੈ ਅਤੇ ਉਹ ਮੋਮੈਂਟਮ ਟ੍ਰਾਂਸਫਰ ਹੈ, ਤਾਂ ਇਸ ਨੂੰ ਡੈਲਟਾ P ਕਹਿੰਦੇ ਹਾਂ। ਆਓ ਹੁਣ ਕੁਝ ਟਰਮਜ਼ ਨੂੰ ਕੈਂਸਲ ਕਰੀਏ। 2 ਪਾਈ ਇਸ 2 ਅਤੇ 4 ਪਾਈ ਦੇ ਨਾਲ ਕੈਂਸਲ ਹੁੰਦਾ ਹੈ। C ਇਸ C ਨਾਲ ਕੈਂਸਲ ਹੁੰਦਾ ਹੈ। ਤਾਂ ਮੈਨੂੰ ਮਿਲਦਾ ਹੈ ਅਤੇ ਇਹ ਇੰਟੀਗਰਲ ਹੋਰ ਕੁਝ ਨਹੀਂ ਬਲਕਿ 1/3 ਹੈ। ਤਾਂ ਮੈਨੂੰ ਇਹ ਮਿਲਦਾ ਹੈ ਡੈਲਟਾ P ਇਜ਼ ਇਕੁਅਲ ਟੂ U ਡੈਲਟਾ T ਓਵਰ 3 ਅਤੇ ਇਸ ਦਾ ਮਤਲਬ ਹੈ ਡੈਲਟਾ P ਓਵਰ ਡੈਲਟਾ T ਇਜ਼ ਇਕੁਅਲ ਟੂ ਮੋਮੈਂਟਮ ਟ੍ਰਾਂਸਫਰ ਪਰ ਯੂਨਿਟ ਟਾਈਮ
ਨਾਰਮਲ ਟੂ A ਤਾਂ ਇਹ ਹੋਰ ਕੁਝ ਨਹੀਂ ਬਲਕਿ ਪ੍ਰੈਸ਼ਰ ਹੈ ਅਤੇ ਇਹ ਹੈ U/3। ਤਾਂ ਹੁਣ ਅਸੀਂ ਦੇਖਿਆ ਹੈ ਕਿ ਇੱਕ ਬਲੈਕ ਬੋਡੀ ਦੇ ਲਈ ਇਹ ਸਪੈਕਟਰਲ ਡੈਂਸਿਟੀ ਜੋ ਕਿ ਉੱਚ ਤਾਪਮਾਨ ਤੇ ਇਸ ਤਰ੍ਹਾਂ ਹੁੰਦਾ ਹੈ ਅਤੇ ਜਿਸ ਤਰ੍ਹਾਂ ਤਾਪਮਾਨ ਦਾ ਪੱਧਰ ਘਟਦਾ ਹੈ ਇਹ ਇਸ ਤਰ੍ਹਾਂ ਬਣਦਾ ਹੈ ਅਤੇ ਕੈਵਿਟੀ P ਦੇ ਅੰਦਰ ਪ੍ਰੈਸ਼ਰ ਜੋ ਕਿ U/3 ਹੈ। ਅਸੀਂ ਆਉਣ ਵਾਲੇ ਲੈਕਚਰਾਂ ਵਿੱਚ ਆਪਣੇ ਵਿਸ਼ਲੇਸ਼ਣ ਦੇ ਲਈ ਇਹਨਾਂ ਦੀ ਵਰਤੋਂ ਕਰਾਂਗੇ।